बण तारू पत्तण कई तरे, पर तरना होया पत्तण काया चनाब वाला। डक्को डोले खांदे बेड़े नूं, लै बैठा पत्थर दुनी शबाब वाला। बेड़े डुबदे भी पार लग जांदे ने, अमन जां मोढा मिल जे सतपुरख पिता जनाब वाला। जां मोढा मिल जे सतपुरख पिता जनाब वाला। तू सत अखंड जोत चैनल ते प्रोग्राम सुगड़ विचार वेख रहे सारे ही ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਸੁਗੜ ਵਿਚਾਰ ਪ੍ਰੋਗਰਾਮ ਵਿੱਚ ਮੇਰੇ ਜੋ ਬੋਲਣ ਦਾ ਪਹਿਲੂ ਹੈ ਉਹ ਹੈ ਜਹਾਜ਼ ਕਿਉਂ ਡੁੱਬਦਾ ਹੈ। ਸਾਗਰਾਂ ਨੂੰ ਪਾਰ ਕਰ ਦੂਰ ਦਰਾਡੇ ਜਾਣ ਦਾ ਖਿਆਲ ਜਦੋਂ ਇਨਸਾਨੀ ਜ਼ਹਿਨੀਅਤ ਅੰਦਰ ਪਣਪਿਆ ਤਾਂ ਇਨਸਾਨ ਨੇ ਪਾਣੀ 'ਚ ਤੈਰਨਾ ਸਿੱਖਿਆ। ਪਰ ਤੈਰ ਕੇ ਥੋੜ੍ਹਾ ਬਹੁਤਾ ਟੋਭਾ ਛੱਪੜ ਜਾਂ ਕੋਈ ਨਦੀ ਨਹਿਰ ਤਾਂ ਪਾਰ ਹੋ ਸਕਦੀ ਸੀ, ਪਰ ਵਿਰਾਟ ਘੇਰ ਵਾਲਾ ਸਾਗਰ ਥੋੜ੍ਹੀ ਪਾਰ ਹੋ ਸਕਦਾ ਸੀ। ਇਸ ਲਈ ਵਿਰਾਟ ਘੇਰ ਵਾਲੇ ਸਾਗਰਾਂ ਤੋਂ ਪਾਰ ਜਾਣ ਲਈ ਇਨਸਾਨੀ ਜ਼ਹਿਨੀਅਤ 'ਚੋਂ ਖੋਜ ਬਣ ਉਪਜਿਆ ਸਮੁੰਦਰੀ ਬੇੜਾ ਜਾਂ ਕਹਿ ਲਵੋ ਸਮੁੰਦਰੀ ਜਹਾਜ਼, ਜੋ ਆਪਣੀ ਵਿਸ਼ਾਲ ਸਮਰੱਥਾ ਅਨੁਸਾਰ ਕਈ ਟਨ ਭਾਰ ਕਈ 100 ਲੋਕਾਂ ਨੂੰ ਸਾਗਰ ਦੇ ਇੱਕ ਤੱਟ ਤੋਂ ਦੂਰ ਪਾਰ ਲੈ ਜਾਂਦਾ ਹੈ। ਤੇ ਅੱਜ ਸਾਗਰ ਦੀਆਂ ਲਹਿਰਾਂ ਉੱਤੇ ਤੈਰਦੇ ਸਮੁੰਦਰੀ ਜਹਾਜ਼ ਨਾਲ ਜੋੜ ਕੇ ਹੀ ਅਸੀਂ ਆਪ ਦੇ ਸੁਗੜ ਵਿਚਾਰ ਨੂੰ ਆਪ ਦੇ ਸੁਗੜ ਸਜਾਣ ਸਰੋਤਿਆਂ ਅੱਗੇ ਪਰੋਸਣ ਲੱਗੇ ਹਾਂ। ਅਸੀਂ ਸਭ ਨੇ ਟੀਵੀ ਸੋਸ਼ਲ ਮੀਡੀਆ ਜ਼ਰੀਏ ਜਾਂ ਅਸਲੀਅਤ ਵਿੱਚ ਆਪਣੀਆਂ ਅੱਖਾਂ ਨਾਲ ਤੱਕਿਆ ਹੋਵੇਗਾ ਕਿ ਵਿਸ਼ਾਲ ਆਕਾਰ ਵਾਲਾ ਸਮੁੰਦਰੀ ਜਹਾਜ਼ ਕਿਵੇਂ ਟੰਨਾਂ ਦੇ ਟਨ ਭਾਰ ਲੈ ਕੇ ਸਾਗਰ ਦੀਆਂ ਲਹਿਰਾਂ ਨਾਲ ਖਹਿੰਦਾ ਤੂਫਾਨਾਂ ਝੱਖੜਾਂ ਦੇ ਮੂੰਹ ਭੰਨਦਾ ਅੱਗੇ ਵਧੀ ਜਾਂਦਾ ਹੈ। ਪਾਣੀ 'ਚ ਤੈਰਦੇ ਜਹਾਜ਼ ਨੂੰ ਉਸ ਦੀ ਸਮਰੱਥਾ ਕਾਬਲੀਅਤ ਕਰਕੇ ਕੋਈ ਸ਼ੈ ਡੋਬ ਨਹੀਂ ਪਾਉਂਦੀ, ਪਰ ਜਦੋਂ ਕਿਤੇ ਬੰਤਰ ਵਿੱਚ ਆਈ ਤੇੜ ਕਰਕੇ ਜਾਂ ਕਿਸੇ ਮੋਰੀ ਕਰਕੇ ਸਾਗਰ ਦਾ ਪਾਣੀ ਅੰਦਰ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਹ ਅੰਦਰ ਜਾਂਦਾ ਪਾਣੀ ਹੀ ਜਹਾਜ਼ ਨੂੰ ਡੋਬ ਦਿੰਦਾ ਹੈ। ਜੇ ਵੇਖਿਆ ਜਾਵੇ ਤਾਂ ਇੱਕ ਗੱਲ ਸੋਚਣ ਵਾਲੀ ਹੈ ਕਿ ਜਹਾਜ਼ ਤਾਂ ਪਹਿਲਾਂ ਹੀ ਪਾਣੀ 'ਚ ਤੈਰ ਰਿਹਾ ਸੀ, ਫਿਰ ਪਾਣੀ ਨੇ ਜਹਾਜ਼ ਕਿਵੇਂ ਡੋਬ ਦਿੱਤਾ? ਪਾਣੀ ਨੇ ਜਹਾਜ਼ ਡੋਬ ਦਿੱਤਾ ਕਿਉਂਕਿ ਪਾਣੀ ਦਾ ਸਥਾਨ ਬਦਲ ਗਿਆ। ਪਹਿਲਾਂ ਜਹਾਜ਼ ਪਾਣੀ 'ਚ ਸੀ, ਹੁਣ ਪਾਣੀ ਜਹਾਜ਼ ਦੇ ਅੰਦਰ ਚਲਾ ਗਿਆ। ਬਸ ਇੰਨਾ ਕੁ ਹੀ ਫੇਰ ਬਦਲ ਹੁੰਦਾ ਹੈ ਜਦੋਂ ਅਸੀਂ ਇਸ ਭਵਜਲ ਵਿੱਚ ਡੁੱਬਦੇ ਹਾਂ, ਜਿਸ ਬਾਰੇ ਉਹਨਾਂ ਕਿਹਾ ਹੈ ਭਵਜਲ ਬਿਖਮ ਡਰਾਵਣੋ, ਨਾ ਕੰਧੀ ਨਾ ਪਾਰ, ਨਾ ਬੇੜੀ ਨਾ ਤੁਲਹੜਾ, ਨਾ ਤੇ ਸਵੰਜ ਮਲਾਰ। ਜੇ ਸਮੁੰਦਰੀ ਜਹਾਜ਼ ਦੀ ਦ੍ਰਿਸ਼ਟਾਂਤੀ ਨਾਲ ਤੁਲਨਾ ਕਰਕੇ ਆਪਣੇ ਜੀਵਨ ਨੂੰ ਆਪਣੇ ਭਵਜਲ ਗੇੜ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਮੁੰਦਰੀ ਬੇੜੇ ਭਾਵ ਜਹਾਜ਼ ਵਾਂਗਰਾਂ ਸਾਡੇ 'ਚੋਂ ਵੀ ਸਮਰੱਥਾ ਹੈ ਇਸ ਆਰ ਤੋਂ ਉਸ ਪਾਰ ਜਾਣ ਦੀ। ਖੈਰ, ਵਿਚਾਰ ਦੇ ਅਗਲੇ ਪੜਾਅ 'ਚ ਤੁਰਨ ਤੋਂ ਪਹਿਲਾਂ ਇੱਥੇ ਹੀ ਇੱਕ ਗੱਲ ਕਲੀਅਰ ਕਰ ਲਈਏ ਕਿ ਜਹਾਜ਼ ਮਟੀਰੀਅਲ ਰੂਪ ਦੀ ਉਹ ਵਸਤ, ਉਹ ਔਜ਼ਾਰ, ਉਹ ਬਣਤਰ ਹੈ ਜਿਹੜੀ ਕਿਸੇ ਇਨਸਾਨੀ ਦਿਮਾਗ ਦੀ ਉਪਜ ਹੈ। ਇਸ ਲਈ ਇਹ ਸਿਰਫ ਸਮਝਣ ਵਾਸਤੇ ਇੱਕ ਤੁਲਨਾ ਹੈ ਕਿਉਂਕਿ ਸਾਡਾ ਦਿਮਾਗ ਤੁਲਨਾਤਮਕ ਖੇਡ ਜਲਦੀ ਸਮਝਦਾ ਹੈ। ਇਸ ਲਈ ਇੱਥੇ ਅਸੀਂ ਆਪਣੀ ਤੁਲਨਾ ਜਹਾਜ਼ ਨਾਲ ਕਰ ਰਹੇ ਹਾਂ। ਵੈਸੇ ਸਾਡੀ ਇਨਸਾਨਾਂ ਦੀ ਸਮਰੱਥਾ, ਸਾਡੀ ਕਾਬਲੀਅਤ ਸਮੁੰਦਰੀ ਜਹਾਜ਼ ਨਾਲੋਂ ਕਿਤੇ ਜ਼ਿਆਦਾ ਹੈ ਕਿਉਂਕਿ ਅਸੀਂ ਭਵਸਾਗਰ ਤਰਨ ਦੀ ਸਮਰੱਥਾ ਰੱਖਦੇ ਹਾਂ। ਇਹ ਜਹਾਜ਼ ਤਾਂ ਸਾਗਰ ਤਰ ਕੇ ਧਰਤੀ ਤੇ ਰਹਿੰਦਾ ਹੈ, ਅਸੀਂ ਤਾਂ ਉਹ ਭੌਂਦਾ ਜਲ ਭਾਵ ਭਵਜਲ ਤਰਨਾ ਹੈ ਜਿਨੇ ਸ੍ਰਿਸ਼ਟ ਤੋਂ ਪਰਾਂ ਅਦ੍ਰਿਸ਼ਟ ਤੱਕ ਖੜਨਾ ਹੈ। ਤੇ ਇਸ ਸ੍ਰਿਸ਼ਟ ਤੋਂ ਪਰਾਂ ਅਦ੍ਰਿਸ਼ਟ ਤੱਕ ਜਾਣ ਲਈ ਅਸੀਂ ਜਿਹੜਾ ਭਵਜਲ ਤਰਨਾ ਹੈ, ਉਸ ਭਵਜਲ ਨੂੰ ਤਰਨ ਲਈ ਬੇੜਾ ਇੱਕ ਕਾਇਆ ਰੂਪ ਜਹਾਜ਼ ਹੈ ਜਿਹੜਾ ਆਪਣੀ ਅੰਦਰਲੀ ਸਤ੍ਹਾ ਨਾਲ ਜੁੜਿਆ ਹੋਣ ਕਰਕੇ ਸੰਸਾਰ ਨਾਮੀ ਭਵਸਾਗਰ 'ਚ ਤੈਰਦਾ ਤੈਰਦਾ ਇਸ ਭਵਸਾਗਰ ਨੂੰ ਪਾਰ ਕਰ ਜਾਂਦਾ ਹੈ। ਪਰ ਜਦੋਂ ਕਿਤੇ ਇਹ ਕਾਇਆ ਰੂਪ ਜਹਾਜ਼ ਆਪਣੀ ਅੰਦਰਲੀ ਭਾਵ ਕੇ ਆਤਮਕ ਸਤ੍ਹਾ ਨਾਲੋਂ ਟੁੱਟ ਬਾਹਰ ਨਾਲ ਜੁੜਦਾ ਹੈ, ਭਾਵ ਕੇ ਬਾਹਰੀ ਸੰਸਾਰ ਨਾਲ ਜੁੜਦਾ ਹੈ, ਤਾਂ ਇਸ ਦੇ ਇੰਦਰੀਆਂ ਨਾਮੀ ਛਿਦਰ ਜੋ ਬੰਤਰ ਮੁਤਾਬਕ ਪਹਿਲਾਂ ਤੋਂ ਹੀ ਕਾਇਆ ਰੂਪ ਜਹਾਜ਼ ਵਿੱਚ ਹਨ, ਉਹ ਬਾਹਰ ਨੂੰ ਖੁੱਲ੍ਹਦੇ ਹਨ ਤੇ ਬਾਹਰੋਂ ਚਾਹਤਾਂ, ਖੁਆਇਸ਼ਾਂ, ਤ੍ਰਿਸ਼ਨਾਵਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪ ਮਲ ਇਸ ਦੇ ਅੰਦਰ ਜਾਂਦੀ ਹੈ ਤੇ ਇਹ ਅੰਦਰੋਂ ਭਾਰਾ ਹੁੰਦਾ ਹੈ ਵਿਕਾਰੀ ਵਿਚਾਰਾਂ, ਖਿਆਲਾਂ ਨਾਲ, ਮੰਦ ਪ੍ਰਭਾਵੀ ਬਿਰਤੀਆਂ ਨਾਲ, ਤੇ ਫਿਰ ਇਹ ਗੈਰ ਪ੍ਰਭਾਵੀ ਮੰਦਗੁਣੀ ਬਿਰਤੀਆਂ ਦਾ ਭਾਰ ਹੀ ਇਨਸਾਨ ਨੂੰ ਭਾਵ ਕਾਇਆ ਰੂਪ ਜਹਾਜ਼ ਨੂੰ ਡੋਬ ਦਿੰਦਾ ਹੈ। ਗੁਰੂ ਗੁਰਬਾਣੀ ਫਰਮਾਨ ਹੈ, ਕਬੀਰ ਬੇੜਾ ਜ਼ਰਜ਼ਰਾ ਫੂਟੇ 6,000, ਹਰੂਏ ਹਰੂਏ ਤਰ ਗਏ ਡੂਬੇ ਜਿਨ ਸਿਰ ਭਾਰ। ਅਖੀਰ ਕਾਇਆ ਰੂਪ ਜਹਾਜ਼ ਰਾਹੀਂ ਭਵਸਾਗਰ ਤੋਂ ਭਾਵ ਇਸ ਜਨਮ ਮਰਨ ਦੇ ਗੇੜ ਤੋਂ ਪਾਰ ਹੋਣ ਲਈ ਪਹਿਲ ਦੇ ਆਧਾਰ ਤੇ ਕੋਸ਼ਿਸ਼ ਕਰੀਏ ਗੁਰੂ ਗੁਰਬਾਣੀ ਦੀ ਸਿਧਾਂਤਕ ਸਮਝ ਰਾਹੀਂ ਤੇ ਰੂਹਾਨੀਅਤ ਦੀ ਅਭਿਆਸੀ ਯੋਗ ਸਾਧਨਾ ਰਾਹੀਂ ਕਾਇਆ ਰੂਪ ਜਹਾਜ਼ ਦੇ ਛਿਦਰਾਂ ਨੂੰ ਮੂੰਦਣ ਦੀ।
ਤਾਂ ਜੋ ਬਾਹਰੋਂ ਵਿਕਾਰਾਂ ਰੂਪ ਗੈਰ ਮੰਦਗੁਣੀ ਬਿਰਤੀਆਂ ਰੂਪ ਮਲ ਸਾਡੇ ਅੰਦਰ ਨਾ ਜਾਏ ਤੇ ਇਸ ਦੇ ਨਾਲ ਨਾਲ ਮੂਲ ਪੁਰਖ ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦਾ ਓਟ ਆਸਰਾ ਲੈ, ਜੋ ਅਸਲ 'ਚ ਅਸਲੀਅਤ 'ਚ ਇਸ ਕਾਇਆ ਰੂਪ ਜਹਾਜ਼ ਦਾ ਮਾਲਕ ਹੈ, ਕਰਤਾ ਹੈ। ਕੋਸ਼ਿਸ਼ ਕਰੀਏ ਇਸ ਕਾਇਆ ਰੂਪ ਜਹਾਜ਼ ਨੂੰ ਸਾਫ਼ ਕਰਨ ਦੀ। ਗੁਰਬਾਣੀ ਫਰਮਾਨ ਹੈ, ਅਨਕ ਛਿਦਰ ਬੋਹਿਤ ਕੈ ਛੁਟਕਤ ਥਾਮ ਨਾ ਜਾਹੀ ਕਰੇ, ਜਿਸ ਕਾ ਬੋਹਿਤ ਤਿਸ ਅਰਾਧੇ ਖੋਟੇ ਸੰਗ ਖਰੇ। ਸੋ ਇਸ ਤਮਾਮ ਵਿਚਾਰ ਦੀ ਸਹਾਇਤਾ ਲੈ ਤੇ ਸਮੁੰਦਰੀ ਜਹਾਜ਼ ਦੀ ਸਮਰੱਥਾ ਕਾਬਲੀਅਤ ਤੱਕ ਅੰਦਾਜ਼ਾ ਲਾ ਲਈਏ ਕਾਇਆ ਰੂਪ ਜਹਾਜ਼ ਦੀ ਸਮਰੱਥਾ ਕਾਬਲੀਅਤ ਦਾ, ਕਿਉਂਕਿ ਭਵਸਾਗਰ ਤੋਂ ਪਾਰ ਹੋ ਜਾਣ ਲਈ ਇਹ ਕਾਇਆ ਰੂਪ ਬੋਹਿਤ, ਇਹ ਮਾਨਸ ਜਨਮ ਰੂਪ ਮੌਕਾ ਪਤਾ ਨਹੀਂ ਮੁੜ ਮਿਲੇ ਜਾਂ ਨਾ ਮਿਲੇ। ਇਸ ਲਈ ਅੱਜ ਇਸ ਮਿਲੇ ਮੌਕੇ ਨੂੰ ਅਜਾਈ ਨਾ ਜਾਣ ਦਈਏ ਤੇ ਇਸ ਕਾਇਆ ਰੂਪ ਬੋਹਿਤ ਦੀ ਭਾਵ ਜਹਾਜ਼ ਦੀ ਇੰਨੀ ਸੰਭਾਲ ਕਰੀਏ ਕਿ ਕੋਈ ਵੀ ਛੇਕ ਇਸ ਵਿੱਚ ਬਾਹਰੋਂ ਕਿਸੇ ਚੀਜ਼ ਨੂੰ ਅੰਦਰ ਲਿਆ ਸਾਨੂੰ ਅੰਦਰੋਂ ਭਾਰਾ ਨਾ ਕਰੇ ਤੇ ਅਸੀਂ ਨਿਰਭਾਰ ਸਦਗੁਣਾ ਦੇ ਸੰਗੀ ਹੋ ਭਵਸਾਗਰ ਤਰ ਅਪਾਰ ਪੁਰਖ ਸਤਿਪੁਰਖ ਪਿਤਾ ਜੀ ਕੋਲ ਆਪ ਦੇ ਅਸਲ ਘਰ ਚਲੇ ਜਾਈਏ ਤੇ ਇਸ ਕਾਇਆ ਰੂਪ ਜਹਾਜ਼ ਦੀ ਭਾਵ ਕੇ ਸਾਡੀ ਇਹ ਭਵਜਲ ਫੇਰੀ ਸਫਲ ਹੋ ਜਾਵੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।